ਅੱਜ ਆਪਾਂ ਗੱਲ ਕਰਾਂਗੇ ਚੌਥੀ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 20 ਮਿਹਨਤ ਦਾ ਮੁੱਲ। ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਤੇ ਇਸ ਪਾਠ ਨੂੰ ਪੜਾਂਗੇ। ਹੁਣ ਆਪਾਂ ਇਸ ਪਾਠ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਈਸ਼ਵਰ ਚੰਦਰ ਵਿਦਿਆਸਾਗਰ ਸਾਡੇ ਦੇਸ਼ ਦੇ ਉੱਘੇ ਵਿਦਵਾਨ ਹੋਏ ਹਨ। ਇੱਕ ਵਾਰ ਈਸ਼ਵਰ ਚੰਦਰ ਵਿਦਿਆਸਾਗਰ ਬਾਜ਼ਾਰ ਵਿੱਚੋਂ ਲੰਘ ਰਹੇ ਸਨ। ਉਹ ਇੱਕ ਮੰਗਤੇ ਦੀ ਆਵਾਜ਼ ਸੁਣ ਕੇ ਰੁਕ ਗਏ। ਮੰਗਤਾ ਇੱਕ ਛੋਟੀ ਜਿਹੀ ਉਮਰ ਦਾ ਮੁੰਡਾ ਸੀ। ਉਹਨਾਂ ਨੇ ਮੁੰਡੇ ਵੱਲ ਗਹੁ ਨਾਲ ਤੱਕਿਆ। ਮੁੰਡੇ ਦੇ ਨੈਣ ਪ੍ਰਾਣ ਤਾਂ ਸਬੂਤੇ ਸਨ, ਪਰ ਸਰੀਰ ਬੜਾ ਕਮਜ਼ੋਰ ਸੀ। ਵਿਦਿਆਸਾਗਰ ਜੀ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਮੁੰਡਾ ਸੱਚਮੁੱਚ ਹੀ ਬਹੁਤ ਗਰੀਬ ਹੈ। ਉਹਨਾਂ ਨੂੰ ਆਪਣੇ ਵੱਲ ਦੇਖਦਿਆਂ ਤੱਕ ਕੇ ਮੁੰਡੇ ਨੇ ਤਰਲਾ ਭਰ ਕੇ ਆਖਿਆ, ਬਾਬੂ ਜੀ 1 ਪੈਸਾ, ਮੈਂ 2 ਦਿਨ ਤੋਂ ਕੁਝ ਨਹੀਂ ਖਾਧਾ। ਜੇ ਭਲੇ ਮੈਂ ਤੈਨੂੰ 2 ਆਨੇ ਦੇ ਦਿਆਂ ਤਾਂ ਕੀ ਕਰੇਂਗਾ? ਵਿਦਿਆਸਾਗਰ ਜੀ ਨੇ ਪੁੱਛਿਆ। ਮੁੰਡੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸਨੇ ਕਿਹਾ, ਬਹੁਤ ਮਿਹਰਬਾਨੀ ਹੋਵੇਗੀ ਬਾਬੂ ਜੀ, ਘਰ ਮੇਰੀ ਮਾਂ ਵੀ ਭੁੱਖੀ ਹੈ। ਅਸੀਂ 2 ਆਨਿਆਂ ਦੇ ਚੌਲ ਲੈ ਕੇ ਰਿੰਨ ਲਵਾਂਗੇ। ਜੇ ਭਲਾ ਮੈਂ ਤੈਨੂੰ 4 ਆਨੇ ਦੇ ਦਿਆਂ ਫਿਰ? ਵਿਦਿਆਸਾਗਰ ਜੀ ਨੇ ਪੁੱਛਿਆ। ਫਿਰ ਕੱਲ੍ਹ ਨੂੰ ਵੀ ਖਾਣ ਨੂੰ ਮਿਲ ਜਾਏਗਾ, ਮੁੰਡੇ ਨੇ ਕਿਹਾ। ਜੇ 8 ਆਨੇ? ਵਿਦਿਆਸਾਗਰ ਜੀ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੁੰਡਾ ਚੁੱਪ ਜਿਹਾ ਹੋ ਗਿਆ। ਉਹ ਸ਼ਾਇਦ ਇਹ ਸੋਚਣ ਲੱਗ ਪਿਆ ਸੀ ਕਿ ਇਹ ਆਦਮੀ ਉਸ ਨਾਲ ਮਖੌਲ ਕਰ ਰਿਹਾ ਹੈ। 8 ਆਨੇ ਕਿੰਜ ਦੇਵੇਗਾ? ਉਸ ਨੂੰ ਤਾਂ 1 ਪੈਸਾ ਵੀ ਡਾਢੀ ਮੁਸ਼ਕਲ ਨਾਲ ਮਿਲਦਾ ਹੈ। ਉਸਦੇ ਚੁੱਪ ਹੋਣ ਉੱਤੇ ਵਿਦਿਆਸਾਗਰ ਜੀ ਵੀ ਸਮਝ ਗਏ ਕਿ ਭਿਖਾਰੀ ਮੁੰਡਾ ਇਸ ਵੇਲੇ ਕੀ ਸੋਚ ਰਿਹਾ ਹੈ। 1 ਮਿੰਟ ਲਈ ਚੁੱਪ ਰਹਿ ਕੇ ਬੋਲੇ, ਦੱਸ ਨਾ, ਕੀ ਕਰੇਂਗਾ 8 ਆਨਿਆਂ ਦਾ? ਮੁੰਡਾ ਜਰਾ ਖਿਝ ਗਿਆ। ਕਹਿਣ ਲੱਗਾ, ਬਾਬੂ ਜੀ ਕਿਉਂ ਮਖੌਲ ਕਰਦੇ ਹੋ? ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖੌਲ ਤਾਂ ਨਾ ਉਡਾਓ। ਵਿਦਿਆਸਾਗਰ ਜੀ ਨੇ ਉਸ ਮੁੰਡੇ ਬਾਰੇ ਜੋ ਸੋਚਿਆ ਸੀ ਉਹ ਠੀਕ ਨਿਕਲਿਆ। ਉਹਨਾਂ ਬੜੇ ਠਰ੍ਹੰਮੇ ਨਾਲ ਕਿਹਾ, ਮੈਂ ਤੈਨੂੰ ਮਖੌਲ ਨਹੀਂ ਕਰਦਾ ਪੁੱਤਰ। ਮੈਂ ਸੱਚਮੁੱਚ ਤੈਨੂੰ 8 ਆਨੇ ਨਹੀਂ ਸਗੋਂ 1 ਰੁਪਈਆ ਦਿਆਂਗਾ। ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਉਸ ਰੁਪਏ ਦਾ ਕੀ ਕਰੇਂਗਾ? ਉਸ ਰੁਪਏ ਦਾ? ਮੁੰਡੇ ਨੇ ਕੁਝ ਝਿਜਕਦਿਆਂ ਕਿਹਾ, ਉਸ ਰੁਪਏ ਦਾ? ਉਸ ਵਿੱਚੋਂ 8 ਆਨੇ ਮੈਂ ਆਪਣੀ ਮਾਂ ਨੂੰ ਦਿਆਂਗਾ। ਉਹ ਇਹਨਾਂ ਦੇ ਚੌਲ ਲੈ ਕੇ ਆਵੇਗੀ। ਉਹਨਾਂ ਚੌਲਾਂ ਨਾਲ ਸਾਡੇ 4 ਦਿਨ ਨਿਕਲ ਜਾਣਗੇ। ਬਾਕੀ 8 ਆਨਿਆਂ ਦੀ ਮੂੰਗਫਲੀ ਲੈ ਕੇ ਮੈਂ ਛਾਬੜੀ ਲਾ ਲਵਾਂਗਾ। ਉਸ ਵਿੱਚੋਂ ਜੋ ਮੁਨਾਫਾ ਹੋਵੇਗਾ ਉਸ ਦੀ ਹੋਰ ਮੂੰਗਫਲੀ ਲੈ ਕੇ ਵੇਚਾਂਗਾ। ਇੰਜ ਸਾਡਾ ਗੁਜ਼ਾਰਾ ਚੱਲਣ ਲੱਗ ਜਾਏਗਾ। ਵਿਦਿਆਸਾਗਰ ਜੀ ਉਸ ਮੁੰਡੇ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਆਪਣੀ ਜੇਬ ਵਿੱਚੋਂ 1 ਰੁਪਇਆ ਕੱਢ ਕੇ ਉਸ ਮੁੰਡੇ ਦੇ ਹੱਥ ਫੜਾਇਆ ਤੇ ਉਸ ਦਾ ਮੋਢਾ ਥਾਪੜਦਿਆਂ ਕਿਹਾ, ਮੇਰੇ ਚੰਗੇ ਪੁੱਤਰ, ਇਵੇਂ ਹੀ ਕਰੀਂ ਜਿਵੇਂ ਤੂੰ ਕਿਹਾ ਹੈ। ਇਹ ਕਹਿ ਕੇ ਉਹ ਅਗਾਹਾਂ ਚਲੇ ਗਏ। ਇਸ ਤੋਂ ਕੋਈ 10 ਵਰ੍ਹੇ ਬਾਅਦ ਵਿਦਿਆਸਾਗਰ ਜੀ ਉਸੇ ਸ਼ਹਿਰ ਵਿੱਚੋਂ ਲੰਘ ਰਹੇ ਸਨ। ਉਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਪੈਰੀਂ ਹੱਥ ਲਾਏ। ਉਸ ਨੌਜਵਾਨ ਨੇ ਚੰਗੇ ਕੱਪੜੇ ਪਾਏ ਹੋਏ ਸਨ। ਵਿਦਿਆਸਾਗਰ ਜੀ ਉਸ ਨੂੰ ਪਛਾਣ ਨਾ ਸਕੇ। ਮੱਥਾ ਟੇਕਣ ਪਿੱਛੋਂ ਉਸ ਮੁੰਡੇ ਨੇ ਉਹਨਾਂ ਨੂੰ ਹੱਥ ਜੋੜਦਿਆਂ ਕਿਹਾ, ਬਾਬੂ ਜੀ ਮਿਹਰਬਾਨੀ ਕਰਕੇ ਜਰਾ 1 ਮਿੰਟ ਲਈ ਮੇਰੇ ਨਾਲ ਆਓ। ਉਹ ਇਹ ਕਹਿ ਕੇ ਸਾਹਮਣੇ ਦੁਕਾਨ ਵੱਲ ਵਧਿਆ। ਵਿਦਿਆਸਾਗਰ ਜੀ ਵੀ ਉਸਦੇ ਪਿੱਛੇ ਪਿੱਛੇ ਤੁਰ ਪਏ। ਦੁਕਾਨ ਅੰਦਰ ਜਾ ਕੇ ਉਸ ਨੌਜਵਾਨ ਨੇ ਉਸ ਨੂੰ ਬੜੇ ਸਤਿਕਾਰ ਨਾਲ ਬਿਠਾਉਂਦਿਆਂ ਕਿਹਾ, ਬਾਬੂ ਜੀ ਪਛਾਣਿਆ ਨਹੀਂ ਮੈਨੂੰ? ਮੈਂ ਉਹੀ ਭਿਖਾਰੀ ਮੁੰਡਾ ਹਾਂ ਜਿਸ ਨੂੰ ਅੱਜ ਤੋਂ ਬਹੁਤ ਸਾਲ ਪਹਿਲਾਂ ਤੁਸੀਂ 1 ਰੁਪਇਆ ਦਿੱਤਾ ਸੀ। ਹੁਣ ਇਹ ਦੁਕਾਨ ਮੇਰੀ ਹੈ। ਵਿਦਿਆਸਾਗਰ ਜੀ ਸਾਰੀ ਗੱਲ ਸਮਝ ਗਏ। ਇਸ ਵੇਲੇ ਉਹਨਾਂ ਦੇ ਚਿਹਰੇ 'ਤੇ ਅਕਹਿ ਖੁਸ਼ੀ ਸੀ। ਚਾਹ ਪਾਣੀ ਪਿਆਉਣ ਪਿੱਛੋਂ ਉਸ ਨੌਜਵਾਨ ਨੇ ਉਹਨਾਂ ਨੂੰ 1000 ਰੁਪਇਆ ਭੇਟ ਕਰਨਾ ਚਾਹਿਆ। ਵਿਦਿਆਸਾਗਰ ਜੀ ਨੇ ਇਹ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ, ਮੇਰੇ ਚੰਗੇ ਪੁੱਤਰ, ਇਹ ਰੁਪਈਏ ਤੂੰ ਆਪਣੇ ਕੋਲ ਰੱਖ। ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਸਹਾਇਤਾ ਕਰਨੀ। ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਦੋਂ ਮੈਨੂੰ ਜੋ ਵਚਨ ਦਿੱਤਾ ਸੀ ਉਹ ਨਿਭਾਇਆ ਹੈ। ਇਹ ਦੁਕਾਨ, ਇਹ ਰੁਪਈਏ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ। ਸੱਚਮੁੱਚ ਇਹੋ ਜਿਹੇ ਨੇਕ ਦਿਲ, ਸਾਦਾ ਤੇ ਵਿਦਵਾਨ ਇਨਸਾਨਾਂ ਕਰਕੇ ਹੀ ਭਾਰਤ ਦਾ ਨਾਂ ਸਾਰੀ ਦੁਨੀਆ ਵਿੱਚ ਸਦਾ ਸਦਾ ਲਈ ਰੌਸ਼ਨ ਰਹੇਗਾ। ਪਾਠ ਅਭਿਆਸ। ਪੜ੍ਹੋ ਤੇ ਸਮਝੋ। ਵਿਦਵਾਨ, ਜਿਸਨੇ ਵਿੱਦਿਆ ਪੜ੍ਹੀ ਹੋਵੇ। ਮਖੌਲ, ਮਜ਼ਾਕ, ਹਾਸਾ, ਠਰ੍ਹੰਮਾ, ਧੀਰਜ, ਟਿਕਾਅ, ਮੁਨਾਫਾ, ਲਾਭ, ਫਾਇਦਾ ਹੋਣਾ, ਅਗਾਹਾਂ, ਅੱਗੇ।
ਸਤਿਕਾਰ, ਇੱਜ਼ਤ, ਆਦਰ। ਅਕਹਿ ਜੋ ਕਿਹਾ ਨਾ ਜਾ ਸਕੇ। ਸਹਾਇਤਾ, ਮਦਦ। ਹੁਣ ਬੱਚਿਓ ਆਪਾਂ ਖਾਲੀ ਥਾਵਾਂ ਕਰਦੇ ਹਾਂ। ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਊੜਾ, ਮੁੰਡੇ ਦੇ ਨੈਣ ਪ੍ਰਾਣ ਤਾਂ ਸਬੂਤੇ ਸਨ, ਪਰ ਸਰੀਰ ਬੜਾ ਡੈਸ਼ ਸੀ, ਕਮਜ਼ੋਰ। ਆੜਾ, ਮੁੰਡੇ ਦੀਆਂ ਅੱਖਾਂ ਵਿੱਚ ਡੈਸ਼ ਆ ਗਈ। ਕੀ ਆ ਗਈ ਸੀ ਬੱਚਿਓ? ਚਮਕ। ਈੜੀ, ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਡੈਸ਼ ਦਾ ਮਖੌਲ ਨਾ ਉਡਾਓ। ਕਿਸ ਦਾ? ਗਰੀਬੀ ਦਾ। ਸੱਸਾ, ਵਿਦਿਆਸਾਗਰ ਜੀ ਦੇ ਚਿਹਰੇ 'ਤੇ ਅਕਹਿ ਡੈਸ਼ ਸੀ। ਕੀ ਸੀ ਬੱਚਿਓ? ਖੁਸ਼ੀ। ਹਾਹਾ, ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਡੈਸ਼ ਕਰਨੀ। ਕੀ ਕਰਨੀ ਬੱਚਿਓ? ਸਹਾਇਤਾ। ਨੰਬਰ 3, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਊੜਾ, ਈਸ਼ਵਰ ਚੰਦਰ ਵਿਦਿਆਸਾਗਰ ਕੌਣ ਸਨ? ਈਸ਼ਵਰ ਚੰਦਰ ਵਿਦਿਆਸਾਗਰ ਜੀ ਸਾਡੇ ਦੇਸ਼ ਦੇ ਉੱਘੇ ਵਿਦਵਾਨ ਸਨ। ਆੜਾ, ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਿੰਨੇ ਰੁਪਏ ਦੇਣ ਦਾ ਵਾਅਦਾ ਕੀਤਾ? ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ 1 ਰੁਪਈਆ ਦੇਣ ਦਾ ਵਾਅਦਾ ਕੀਤਾ। ਈੜੀ, ਭਿਖਾਰੀ ਮੁੰਡੇ ਨੇ ਉਸ ਰੁਪਏ ਨੂੰ ਕਿੰਝ ਖਰਚਣ ਬਾਰੇ ਦੱਸਿਆ? ਭਿਖਾਰੀ ਮੁੰਡੇ ਨੇ ਕਿਹਾ ਉਹ 1 ਰੁਪਏ ਵਿੱਚੋਂ 8 ਆਨੇ ਆਪਣੀ ਮਾਂ ਨੂੰ ਦੇਵੇਗਾ, ਜਿਨ੍ਹਾਂ ਦੇ ਉਹ ਚੌਲ ਲੈ ਕੇ ਆਵੇਗੀ, ਜਿਸ ਨਾਲ ਉਹਨਾਂ ਦੇ 4 ਦਿਨ ਨਿਕਲ ਜਾਣਗੇ। ਬਾਕੀ ਦੇ 8 ਆਨਿਆਂ ਦੀ ਉਹ ਮੂੰਗਫਲੀ ਲੈ ਕੇ ਛਾਬੜੀ ਲਾ ਲਵੇਗਾ। ਇਸ ਵਿੱਚੋਂ ਹੋਣ ਵਾਲੇ ਮੁਨਾਫੇ ਦੀ ਉਹ ਹੋਰ ਮੂੰਗਫਲੀ ਲੈ ਕੇ ਵੇਚੇਗਾ। ਇਸ ਤਰ੍ਹਾਂ ਉਸ ਦਾ ਗੁਜ਼ਾਰਾ ਚੱਲ ਪਵੇਗਾ। ਸੱਸਾ, ਦੁਕਾਨ ਅੰਦਰ ਜਾ ਕੇ ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਕੀ ਕਿਹਾ? ਦੁਕਾਨ ਅੰਦਰ ਜਾ ਕੇ ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਦੱਸਿਆ ਕਿ ਉਹ ਉਹੀ ਭਿਖਾਰੀ ਮੁੰਡਾ ਹੈ ਜਿਸ ਨੂੰ ਉਹਨਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ 1 ਰੁਪਇਆ ਦਿੱਤਾ ਸੀ। ਹੁਣ ਉਹ ਇੱਕ ਦੁਕਾਨ ਦਾ ਮਾਲਕ ਹੈ। ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਕੀ ਦੇਣਾ ਚਾਹਿਆ? ਨੌਜਵਾਨ ਨੇ ਵਿਦਿਆਸਾਗਰ ਜੀ ਨੂੰ 1000 ਰੁਪਇਆ ਦੇਣਾ ਚਾਹਿਆ। ਵਿਦਿਆਸਾਗਰ ਜੀ ਨੇ ਰੁਪਏ ਕੀ ਕਹਿ ਕੇ ਵਾਪਸ ਕਰ ਦਿੱਤੇ? ਵਿਦਿਆਸਾਗਰ ਜੀ ਨੇ 1000 ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ ਕਿ ਜਦੋਂ ਉਸ ਨੂੰ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਹ ਉਸ ਦੀ ਸਹਾਇਤਾ ਕਰੇ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਮਿਹਨਤ, ਮਿਹਨਤ ਕਰਨ ਵਾਲਾ ਆਦਮੀ ਕਦੇ ਭੁੱਖਾ ਨਹੀਂ ਮਰਦਾ। ਮਿਹਰਬਾਨੀ, ਮਿਹਰਬਾਨੀ ਕਰਕੇ ਮੈਨੂੰ 1 ਦਿਨ ਦੀ ਛੁੱਟੀ ਦਿਓ। ਲੋੜਵੰਦ, ਸਾਨੂੰ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਸਹਾਇਤਾ, ਸਾਨੂੰ ਗਰੀਬ ਦੀ ਸਹਾਇਤਾ ਕਰਨੀ ਚਾਹੀਦੀ ਹੈ। ਰੋਸ਼ਨ, ਸਾਨੂੰ ਪੜ੍ਹ ਲਿਖ ਕੇ ਮਾਂ ਬਾਪ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ? ਊੜਾ, ਬਾਬੂ ਜੀ 1 ਪੈਸਾ, ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਧਾ। ਇਹ ਭਿਖਾਰੀ ਮੁੰਡੇ ਨੇ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਕਹੇ। ਆੜਾ, ਜੇ ਭਲਾ ਮੈਂ ਤੈਨੂੰ 4 ਆਨੇ ਦੇ ਦਿਆਂ ਫਿਰ? ਇਹ ਸ਼ਬਦ ਈਸ਼ਵਰ ਚੰਦਰ ਵਿਦਿਆਸਾਗਰ ਨੇ ਭਿਖਾਰੀ ਮੁੰਡੇ ਨੂੰ ਕਹੇ। ਈੜੀ, ਮੇਰੇ ਚੰਗੇ ਪੁੱਤਰ ਇਵੇਂ ਹੀ ਕਰੀਂ ਜਿਵੇਂ ਤੂੰ ਕਿਹਾ ਹੈ। ਇਹ ਸ਼ਬਦ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਹੇ। ਬਾਬੂ ਜੀ ਮਿਹਰਬਾਨੀ ਕਰਕੇ ਜਰਾ 1 ਮਿੰਟ ਲਈ ਮੇਰੇ ਨਾਲ ਆਓ। ਇਹ ਸ਼ਬਦ ਕਿਸ ਨੇ ਕਹੇ ਸੀ ਬੱਚਿਓ? ਨੌਜਵਾਨ ਨੇ ਈਸ਼ਵਰ ਚੰਦਰ ਵਿਦਿਆਸਾਗਰ ਨੂੰ। ਹਾਹਾ, ਇਹ ਦੁਕਾਨ, ਰੁਪਇਆ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ। ਇਹ ਸ਼ਬਦ ਕਿਸ ਨੇ ਕਹੇ ਸੀ ਬੱਚਿਓ? ਇਹ ਸ਼ਬਦ ਈਸ਼ਵਰ ਚੰਦਰ ਵਿਦਿਆਸਾਗਰ ਨੇ ਨੌਜਵਾਨ ਮੁੰਡੇ ਨੂੰ ਕਹੇ ਸੀ। ਮੁੰਡਾ ਜਰਾ ਖਿਝ ਗਿਆ। ਬੱਚਿਓ ਇਸ ਤੋਂ ਬਾਅਦ ਸਾਡੇ ਕੋਲ ਕੀ ਹੈ? ਵਿਸ਼ਰਾਮ ਚਿੰਨ੍ਹ ਲਾਉਣੇ ਨੇ। ਠੀਕ ਹੈ, ਇੱਥੇ ਸਾਨੂੰ ਨਾ 2 ਲਾਈਨਾਂ ਦਿੱਤੀਆਂ ਗਈਆਂ ਨੇ, ਇਹਨਾਂ ਦੇ ਵਿੱਚ ਕੋਈ ਕੋਮਾ ਨਹੀਂ ਲੱਗਿਆ, ਕੋਈ ਡੰਡੀ ਨਹੀਂ ਲੱਗੀ, ਅਤੇ ਆਪਾਂ ਇਹਨਾਂ ਨੂੰ ਸਹੀ ਕਰਕੇ ਇੱਥੇ ਲਿਖਿਆ ਹੈਗੇ ਹੈ। ਠੀਕ ਹੈ, ਆਪਾਂ ਲਿਖਿਆ ਮੁੰਡਾ ਜਰਾ ਖਿਝ ਗਿਆ, ਡੰਡੀ, ਕਹਿਣ ਲੱਗਾ, ਕੋਮਾ, ਉੱਤੇ ਕੋਮੇ ਲੱਗੇ ਹੋਏ ਨੇ। ਬਾਬੂ ਜੀ ਕਿਉਂ ਮਖੌਲ ਕਰਦੇ ਹੋ? ਕੁਐਸਚਨ ਮਾਰਕ। ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖੌਲ ਨਾ ਉਡਾਓ। ਡੰਡੀ, ਕੋਮੇ ਬੰਦ। ਬੱਚਿਓ ਜੇਕਰ ਤੁਹਾਨੂੰ 100 ਰੁਪਏ ਦੇ ਦਿੱਤੇ ਜਾਣ ਤਾਂ ਤੁਸੀਂ ਉਸ ਦਾ ਕੀ ਕਰੋਗੇ? ਲਿਖੋ ਜਾਂ ਦੱਸੋ। ਠੀਕ ਹੈ, ਤੁਸੀਂ ਬੱਚੇ ਉਰੇ ਲਿਖਣਾ ਹੈ। ਠੀਕ ਹੈ, ਅਧਿਆਪਕ ਵਿਦਿਆਰਥੀਆਂ ਤੋਂ ਇਕੱਲੇ ਕਰਕੇ ਪੁੱਛੇਗਾ। ਤਾਂ ਬੱਚਿਓ ਇਹ ਪਾਠ ਦੇ ਪ੍ਰਸ਼ਨ ਉੱਤਰ ਪੂਰੇ ਹੋ ਚੁੱਕੇ ਨੇ। ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।